ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪਰ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मेरे वालों आप जी ते सारे श्रोतियां ते दर्शकों ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਤੁਹਾਡੇ ਸਾਹ ਨਾਲ ਗੁੱਡ ਮਾਰਨਿੰਗ, ਸਾਡੇ ਪਾਸ ਸਾਹ ਨਾਲ ਗੁੱਡ ਇਵਨਿੰਗ। ਤੁਹਾਡੇ ਗੁੱਡ ਇਵਨਿੰਗ ਹੈ ਜੀ, ਤੁਹਾਡੇ ਤੇ ਗੁੱਡ ਇਵਨਿੰਗ ਹੈ, ਸਾਡੇ ਗੁੱਡ ਮਾਰਨਿੰਗ ਹੈ। ਅੱਛਾ, ਸੁਪਰੀਮ ਕੋਰਟ ਫਰਾਕ ਦੇ ਲਈ ਬੜੀ ਮਿਹਰਬਾਨ। ਹਾਂਜੀ, ਮਜੀਠੀਆ ਸਾਹਿਬ ਨੂੰ 31 जनवरी तक गिरफ्तारी ਤੇ ਰੋਕ ਲਾਈ ਹੈ। ਉਧਰ ਪਤਾ ਲੱਗਾ ਕਿ ਖਹਿਰਾ ਸਾਹਿਬ ਨੂੰ ਵੀ ਜ਼ਮਾਨਤ ਮਿਲ ਗਈ। ਬਿਲਕੁਲ ਜੀ, ਖਹਿਰਾ ਸਾਹਿਬ ਨੂੰ ਇੱਕ ਨਹੀਂ ਦੋ ਜ਼ਮਾਨਤਾਂ ਮਿਲੀਆਂ ਨੇ। ਪਹਿਲੀ ਗੱਲ ਤਾਂ ਆਪਾਂ ਕਰ ਲਈਏ ਬਿਕਰਮ ਸਿੰਘ ਮਜੀਠੀਆ, ਜਿਹੜੀ ਆਪਾਂ ਗੱਲ ਕਹਿੰਦੇ ਸੀ ਕੱਲ ਕਿ ਜਿੰਨੇ ਕੌਨਫੀਡੈਂਸ ਨਾਲ ਬਕਾਇਦਾ ਤੌਰ ਤੇ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ, ਇਹਦਾ ਮਤਲਬ ਉਹਨਾਂ ਕੋਈ ਜ਼ਮਾਨਤ ਦਾ ਕੋਈ ਖਰਾ ਪ੍ਰਬੰਧ ਕਰ ਲਿਆ। ਅੱਛਾ, ਹੁਣ ਬਕਾਇਦਾ ਤੌਰ ਤੇ ਅੱਜ ਹੀ ਐਸਡੀ ਜਾਣੀ ਤੇ ਉਹਨਾਂ ਦੀ ਗ੍ਰਿਫਤਾਰੀ ਤੇ ਸੋਮਵਾਰ ਤੋਂ ਰੋਕ ਲੱਗਣੀ। ਸੋਮਵਾਰ ਤੱਕ ਨੂੰ ਵਿਚਾਰ ਕੀਤਾ ਜਾਏਗਾ ਕਿ ਇਹ ਜ਼ਮਾਨਤ ਦੇਣੀ ਹੈ ਕਿ ਨਹੀਂ ਦੇਣੀ। ਜਿਹੜੀ ਧਾਰਾ 37A ਜਿਹਦੇ ਵਿੱਚ ਲੀਜ਼ਾ ਗਿੱਲ ਜੱਜ ਨੇ ਆਪਣੀ ਜਿਹੜੀ ਜੱਜਮੈਂਟ ਉਹਦੇ ਚ ਗੱਲ ਲਿਖੀ ਆ ਵੀ ਮੈਂ ਆਪਣੇ ਕੋਲ ਨਹੀਂ, ਮੈਂ ਸੁਪਰੀਮ ਕੋਰਟ ਦੀ ਗੱਲ ਕਰਦਾ। ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਗਿਆ ਸੀਗਾ ਬਕਾਇਦਾ ਤੌਰ ਤੇ ਸੈਂਟਰਲ ਗਵਰਨਮੈਂਟ ਵਰਸਸ ਬਨਾਮ ਮੁਹੰਮਦ ਨਵਾਜ਼ ਖਾਨ। ਜਿਹੜਾ ਮੁਹੰਮਦ ਨਵਾਜ਼ ਖਾਨ ਸੀ ਇਹ ਬੇਲ ਲੈਣ ਗਿਆ ਸੀ NDPC ਐਕਟ ਦੇ ਵਿੱਚ। ਇੱਕ ਕੇਸ ਗਿਆ ਸਟੇਟ ਆਫ ਕੇਰਲਾ ਵਰਸਸ ਰਜੇਸ਼। ਇਸ ਤਰ੍ਹਾਂ ਹੋਰ ਵੀ ਕੀ ਕੇਸ ਕੇ ਦੋ ਕੇਸਾਂ ਦਾ ਬਕਾਇਦਾ ਤੌਰ ਤੇ ਜਸਟਿਸ ਲੀਜ਼ਾ ਗਿੱਲ ਦਾ ਜ਼ਿਕਰ ਕੀਤਾ ਤੇ ਇਹਨਾਂ ਦੋ ਕੇਸਾਂ ਦੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਸੀ ਕਿ ਧਾਰਾ 37A ਦੇ ਤਹਿਤ ਦਰਜ ਕੀਤੇ ਗਏ ਮੁਕੱਦਮੇ ਜਿਹੜੇ NDPC ਦਾ ਉਹਦੇ ਚ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ, ਉੱਥੇ ਕਸਟੋਡੀਅਨ ਅਰੈਸਟ ਹੋਣੀ। ਹੁਣ ਸੁਪਰੀਮ ਕੋਰਟ ਆਪਣੇ ਆਰਡਰ ਚ ਕਹਿ ਰਹੀ ਹੈ, ਇੱਕ ਨਹੀਂ ਦੋ ਚ ਕਹਿ ਰਹੀ ਹੈ। ਹਾਲ ਦੀ ਕੜੀ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਪਤਾ ਇਸ ਗੱਲ ਦਾ ਹਾਈ ਕੋਰਟ ਨੇ ਵੀ ਰਾਹ ਦਿੱਤੀ ਸੀ ਮਜੀਠੀਆ ਨੂੰ, ਲੇਕਿਨ ਮੌਕਾ ਆਉਣ ਤੇ ਫਿਰ ਜਿਹੜੀ ਸੀ ਬੇਲ ਰੱਦ ਕਰ ਦਿੱਤੀ। ਪਤਾ ਨਹੀਂ ਉਹਨਾਂ ਦੇ ਮਨ ਚ ਕੀ ਹੈ, ਸਾਨੂੰ ਨਹੀਂ ਪਤਾ। ਚਾਹੀਦਾ ਇਹ ਸੀ ਵੀ ਬਿਕਰਮ ਮਜੀਠੀਆ ਜਿੰਨਾ ਚਿਰ ਤੱਕ ਉਹਨਾਂ ਦੀ ਪੱਕੀ ਬੇਲ ਨਹੀਂ ਹੁੰਦੀ ਉਹਨਾਂ ਚਿਰ ਤੱਕ ਕੋਈ ਚੁੱਪ ਕਰ ਰਹਿੰਦੇ। ਪਰ ਉਹਨਾਂ ਦੀ ਹਾਲਤ ਵੀ ਉਹੀ ਹੋ ਗਈ ਸਿੱਧੂ ਵਰਗੀ ਕਿ ਇਹਨਾਂ ਨੂੰ ਕਹਿ ਦਿਓ 5 ਮਿੰਟ ਚੁੱਪ ਕਰ ਦਿਓ ਤੇ 3 ਮਿੰਟਾਂ ਬਾਅਦ ਕਹਿਣਗੇ 5 ਮਿੰਟ ਹੋਏ ਨਹੀਂ ਅਜੇ। ਇਹਨਾਂ ਦੀ ਹਾਲਤ ਵੀ ਉਹੀ ਬਣ ਗਈ ਹੁਣ ਜੀ। ਹੁਣ ਇਹ ਬੋਲੀ ਜਾਂਦੇ ਆ, ਜਦੋਂ ਬੋਲੀ ਜਾਂਦੇ ਉਹਦਾ ਫਿਰ ਕੋਰਟਾਂ ਦੇ ਅਸਰ ਮਾੜਾ ਪੈਂਦਾ ਤੇ ਕੇਸ ਵੀ ਇਹਨਾਂ ਦਾ ਜਸਟਿਸ ਜਿਹੜੇ ਆ ਚੀਫ ਜਸਟਿਸ ਰਮੰਨਾ, ਹਿਮਾ ਕੋਹਲੀ, ਇੱਕ ਜਿਹੜੇ ਬਦਨੌਤ ਕਿਲੇ ਜੱਜ ਹੈਗੇ ਤਿੰਨਾਂ ਦੇ ਲੱਗਾ ਹੈ, ਉਹ ਬੈਂਚ ਵੀ ਥੋੜਾ ਸਖਤ ਆ। ਇਸ ਕਰਕੇ ਉਮੀਦ ਆ ਕਿ ਸੋਮਵਾਰ ਨੂੰ ਜੇ ਇਹਦੇ ਤੇ ਵਿਚਾਰ ਚਰਚਾ ਹੁੰਦੀ ਆ ਤੇ ਬਕਾਇਦਾ ਤੌਰ ਤੇ ਅੱਜ ਵੀ ਜਿਹੜੇ ਪੇਸ਼ ਹੋਏ ਨੇ 3 ਵਕੀਲ ਪੇਸ਼ ਹੋਏ ਸਰਕਾਰ ਵੱਲੋਂ। 30 ਸਤੰਬਰ ਵਰੀ ਪੇਸ਼ ਹੋਏ ਨੇ ਬਕਾਇਦਾ ਤੌਰ ਤੇ ਪੰਜਾਬ ਦੇ ਐਡਵੋਕੇਟ ਜਨਰਲ ਪੇਸ਼ ਹੋਏ ਤੇ ਹੋਰ 3 ਵਕੀਲ ਪੇਸ਼ ਹੋਏ ਨੇ। ਇੱਧਰ ਤੋਂ ਦੂਜੇ ਮੈਂ ਕਿਹਾ 7 ਵਕੀਲ ਨੇ। ਇਸ ਕਰਕੇ ਵਕੀਲਾਂ ਦੀ ਲੜਾਈ ਹੈ, ਲੇਕਿਨ ਜਿਹੜੇ ਪਹਿਲਾ ਕੇਸ ਫੈਸਲੇ ਹੋਏ ਆ ਉਹਨੂੰ ਵੀ ਸੁਪਰੀਮ ਕੋਰਟ ਨੇ ਧਿਆਨ 'ਚ ਰੱਖਣਾ। ਜੋ ਮੈਂ ਮਹਿਸੂਸ ਕਰਦਾ, ਮੇਰਾ ਮਤਲਬ ਜੋ ਮੈਂ ਕਹਿ ਸੋਚਿਆ, ਇਸ ਗੱਲ ਦੀ ਪੋਸੀਬਿਲਿਟੀ ਵੀ ਸੋਮਵਾਰ ਨੂੰ ਵਿਚਾਰ ਚਰਚਾ ਹੋਵੇ ਤੇ ਸ਼ਾਇਦ ਸੁਪਰੀਮ ਕੋਰਟ ਇਹਦਾ ਫੈਸਲਾ ਰਾਖਵਾ ਕਰਕੇ ਹੋਰ 5 ਦਿਨ 7 ਦਿਨ 10 ਦਿਨ ਜੇ ਉਹ ਮਜੀਠੀਆ ਨੂੰ ਦੇ ਦੇਵੇ। ਚਲੋ ਪ੍ਰਚਾਰ ਕਰੋ, ਪ੍ਰਚਾਰ ਕਰ ਲਓ ਤੁਸੀਂ ਆਪਣਾ, ਕੋਈ ਤੁਹਾਨੂੰ ਗਿਲਾ ਨਾ ਕੋਈ ਰਹੇ, ਕਿਸੇ ਨੂੰ ਮੌਕਾ ਨਹੀਂ ਮਿਲਿਆ। ਇਸ ਕਰਕੇ ਪੋਸੀਬਿਲਿਟੀ ਆ। ਲੇਕਿਨ ਜਿਹੜੇ ਦੋ ਕੇਸ ਤੁਹਾਨੂੰ ਮੈਂ ਦੱਸੇ, ਇਹ ਕੇਸ ਬਕਾਇਦਾ ਤੌਰ ਤੇ ਲੀਜ਼ਾ ਗਿੱਲ ਨੇ ਆਪਣੀ ਜੱਜਮੈਂਟ 'ਚ ਲਿਖੇ। ਡਿਪੈਂਡ ਕਰਦਾ ਹੁਣ ਸੁਪਰੀਮ ਕੋਰਟ ਤੇ, ਸੁਪਰੀਮ ਕੋਰਟ ਬੇਲ ਦਿੰਦਾ ਕਿ ਨਹੀਂ ਦਿੰਦਾ। ਲੇਕਿਨ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਗੱਲ ਕਹੀ ਸੀ, ਭਾਈ ਜੇ ਇਹਨਾਂ ਦੀ ਅਰੈਸਟ ਹੋ ਜਾਂਦੀ ਹੈ ਤੇ ਜੰਗ ਤੁਹਾਨੂੰ ਆਪਣੀ ਆਪ ਲੜਨੀ ਪੈਣੀ ਜੀ। ਦੂਜੇ ਪਾਸੇ ਆਪਾਂ ਜੇ ਗੱਲ ਕਰੀਏ ਹਲਕਾ ਈਸਟ ਦੇ ਉੱਤੋਂ, ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਅਕਾਲੀ ਦਲ ਬਾਦਲ ਕੋਲੇ ਸਿੱਧੂ ਦੇ ਕੱਦ ਬੁੱਤ ਦਾ ਕੋਈ ਬੰਦਾ ਉਮੀਦਵਾਰ ਨਹੀਂ ਸੀ ਜੀ, ਜਿਹਦੇ ਕਰਕੇ ਬਿਕਰਮ ਮਜੀਠੀਆ ਨੂੰ ਕਿਹਾ ਵੀ ਤੂੰ ਚੋਣ ਲੜੋ, ਕਹਿੰਦਾ ਪਾਰਟੀ ਦਾ ਹੁਕਮ ਕੋਈ ਗੱਲ ਲੜ ਲਾਂਗੇ ਆਪਾਂ ਕੋਈ ਗੱਲ। ਦੂਸਰੀ ਚੀਜ਼ 2017 ਦੇ ਵਿੱਚ
ਬਕਾਇਦਾ ਤੌਰ ਤੇ ਬਿਕਰਮ ਸਿੰਘ ਮਜੀਠੀਆ ਜਦੋਂ ਬਕਾਇਦਾ ਤੌਰ ਤੇ ਇਹਨਾਂ ਨੇ ਦੁਬਾਰਾ 15 ਕਿ 16 ਬੂਥਾਂ ਦੇ ਦੁਬਾਰਾ ਚੋਣ ਕਰਾਈ ਸੀ ਕਿ ਸ਼ਿਕਾਇਤ ਦੇ ਉੱਤੇ, ਉਦੋਂ ਇਹਨਾਂ ਕਾਫੀ ਹੱਦ ਤੱਕ ਅਰੇਂਜਮੈਂਟ ਕਰ ਲਏ ਸੀਗੇ। ਉਹ ਅਰੇਂਜਮੈਂਟ ਕੀ ਕੀਤੇ ਸੀ ਅਖਬਾਰਾਂ ਛਪਿਆ ਸੀ, ਆਪਾਂ ਉਹਦੀ ਡਿਟੇਲ 'ਚ ਨਹੀਂ ਜਾਂਦੇ ਹੋ ਜੀ। ਸਿਰਫ ਤੇ ਉਸ ਹਲਕੇ 'ਚ ਇਹਨਾਂ ਦਾ ਪ੍ਰਭਾਵ ਹੋਣ ਦੇ ਬਾਵਜੂਦ ਵੀ 15,000 ਵੋਟ ਦਿੱਤੇ ਸੀ ਮਜੀਠੀ ਕਿਸੇ ਜੀ। ਜੇ ਉੱਥੇ 15,000 ਜਿੱਤੇ ਸੀ, ਜੇ ਇੰਨਾ ਕੰਮ ਕੀਤਾ, ਲੋਕਾਂ ਨਾਲ ਘਰੇਲੂ ਸੰਬੰਧ ਬਣਾਏ, ਤੇ ਫਿਰ ਇਹ ਨਵਾਂ ਹਲਕਾ ਜਿੱਥੋਂ ਦੇ ਬਹੁਤ ਲੋਕ ਜਾਣਦੇ ਨਹੀਂ ਮਜੀਠੀਆ ਕੌਣ। ਇਸ ਕਰਕੇ ਇੰਨਾ ਸੌਖਾ ਨਹੀਂ, ਲੇਕਿਨ ਇਹ ਆ ਕਿ ਸਿੱਧੂ ਸਾਹਿਬ ਵਾਸਤੇ ਮੈਨੂੰ ਸੌਖਾ ਨਹੀਂ ਹੈਗਾ। ਸਿੱਧੂ ਸਾਹਿਬ ਦੀ ਉਸ ਹਲਕੇ 'ਚ ਵਿਰੋਧਤਾ ਬਹੁਤ ਜ਼ਿਆਦਾ ਤੇ ਆਪਣਾ ਬੂਹਾ ਨਹੀਂ ਖੋਲ੍ਹਦੇ, ਲੋਕਾਂ ਨੂੰ ਮਿਲਦੇ ਨਹੀਂ। ਇਸ ਕਰਕੇ ਇੱਕ ਜੰਗ ਤਾਂ ਹੋਏਗੀ ਜ਼ਰੂਰ। ਤੇ ਫਿਰ ਆਪਾਂ ਗੱਲ ਕਰਾਂਗੇ ਜਲਾਲਾਬਾਦ ਦੀ ਗੱਲ ਕਰਾਂਗੇ ਬਾਅਦ ਚ, ਕਿ ਉੱਥੇ ਭਾਣੇ ਕਈ ਵਰਤ ਰਹੇ ਨੇ। ਜੀ ਜੀ। ਅੱਗੇ ਗੱਲ ਕਰਦੇ ਆਪਾਂ ਸੁਖਪਾਲ ਖਹਿਰਾ ਜੀ ਪਲੀਜ਼। ਸੁਖਪਾਲ ਖਹਿਰਾ ਨੇ ਪਹਿਲਾਂ ਬੇਲ ਅਪਲਾਈ ਕੀਤੀ ਸੀ। ਬੇਲ ਅਪਲਾਈ ਦੇ ਉੱਤੇ ਬਕਾਇਦਾ ਤੌਰ ਤੇ ਜਿਹੜੀ ਹਾਈ ਕੋਰਟ 'ਚ ਉਹਨੇ ਆਪਣਾ ਫੈਸਲਾ ਰਾਖਵਾ ਰੱਖ ਲਿਆ ਸੀ ਪਿਛਲੇ 1 ਹਫ਼ਤੇ ਕੇ 10 ਦਿਨ ਦੀ ਗੱਲ। ਫੈਸਲਾ ਸੁਣਾਇਆ ਹੀ ਨਹੀਂ ਸੀ। ਹੁਣ ਖਹਿਰਾ ਨੇ ਕਿਹਾ ਬੇਲ ਨਹੀਂ ਦੇਣੀ ਤਾਂ ਨਾ ਦਿਓ, ਉਹ ਭਾਈ ਮੈਨੂੰ ਆਪਣੇ ਕਾਗਜ਼ 'ਚ ਦਾਖਲ ਕਰ ਲੈਣ ਦਿਓ। ਉਹ ਜਿਹੜੀ ਦੋਨੇ ਐਪਲੀਕੇਸ਼ਨ ਲਾਈ ਸੀ ਉੱਤੇ ਸੁਣਵਾਈ ਸੀ ਅੱਜ। ਉਹਦੇ ਤੇ ਵੀ ਸੁਣਵਾਈ ਕਰ ਦਿੱਤੀ ਗਈ ਵੀ ਇਹਨੂੰ ਜਿਹੜੀ ਸੀ ਆਪਣੀ ਕਾਗਜ਼ ਦੇਣ ਦੀ ਅਸੀਂ ਪਰੌਲ ਦਿੰਦੇ ਵੀ ਜਾ ਕੇ ਤੂੰ ਜਾ ਕੇ ਸੋਮਵਾਰ ਤੱਕ ਜਾਂ ਮੰਗਲਵਾਰ ਤੱਕ ਆਪਣੇ ਕਾਗਜ਼ ਕਰ ਸਕਦਾ ਜੀ। ਦੂਜੇ ਪਾਸੇ ਜਿਹੜੇ ਪਹਿਲੇ ਹੁਕਮ ਸੀ ਉਹ ਵੀ ਲਾਗੂ ਕਰਤੇ ਕਿ ਉਸ ਕੇਸ 'ਚ ਬੇਲ ਦਿੱਤੀ ਜਾਂਦੀ ਹੈ। ਚਲੋ ਇਹਦਾ ਮਤਲਬ ਚ ਬੇਲ ਮਿਲ ਗਈ। ਬੇਲ ਕਰਕੇ ਹੁਣ ਆਪਣਾ ਜਾ ਕੇ ਚੋਣ ਪ੍ਰਚਾਰ ਕਰ ਸਕਦੇ ਨੇ, ਆਪਣੇ ਆਪ ਨੂੰ ਲੋਕਾਂ ਨੂੰ ਜਾ ਕੇ ਨਿਰਦੋਸ਼ ਕਿਵੇਂ ਸਾਬਤ ਕਰਦੇ ਆ, ਕਿਵੇਂ ਗੱਲ ਕਰਦੇ ਉਹ ਪਤਾ ਲੱਗੂਗਾ। ਲੇਕਿਨ ਖਹਿਰਾ ਸਦਕ ਅਜਿਹੇ ਵਿਅਕਤੀ, ਇਹੋ ਜਿਹੇ ਬੜਬੋਲੇ ਵਿਅਕਤੀ, ਇਹਨਾਂ ਨੇ ਘੇਰੇ ਆਪਣੇ ਦੁਸ਼ਮਣੀ ਪੈਦਾ ਕੀਤੇ, ਦੋਸਤ ਬਹੁਤ ਘੱਟ ਪੈਦਾ ਕੀਤੇ। ਇਹ ਹੁਣ ਕਾਂਗਰਸ ਵਿੱਚ 2-3 ਪ੍ਰਚਾਰਕ ਹੈਗੇ ਨੇ। ਸਿੱਧੂ ਆ, ਇਹ ਬੋਲਣ ਵਾਲੇ ਵਿਅਕਤੀ ਆ। ਇਹਨਾਂ ਨੂੰ ਕਿੱਥੇ ਕਿੱਥੇ ਕਾਂਗਰਸ ਪਾਰਟੀ ਵਰਤਦੀ ਹੋ। ਤਾਂ ਮੈਂ ਇਹਦੀ ਗੱਲ ਕਵਾਂ ਕਿ ਸਿੱਧੂ ਦੇ ਹਲਕੇ 'ਚ ਆ ਕੇ ਸੁਖਪਾਲ ਸਿੰਘ ਖਹਿਰਾ ਧੂਆਂਧਾਰ ਪ੍ਰਚਾਰ ਕਰਕੇ ਜਾ ਜੀ ਡੈਫੀਨਿਟਲੀ ਉਹ ਸਭ ਕੁਛ ਆ ਕੇ ਦੱਸਣਗੇ ਵੀ ਇੱਥੇ ਕੀ ਹੁੰਦਾ ਰਿਹਾ ਤੇ ਕੀ ਨਹੀਂ ਹੁੰਦਾ ਰਿਹਾ, ਕਿਵੇਂ ਕਰਦੇ ਰਹੇ, ਬੜਾ ਕੁਛ ਕਹਿਣਗੇ ਆ ਕੇ। ਇਸ ਕਰਕੇ ਬੇਲ ਉਹਨਾਂ ਨੂੰ ਮਿਲ ਗਈ ਆ ਤੇ ਹੁਣ ਆਪਣਾ ਪ੍ਰਚਾਰ ਆਰਾਮ ਨਾਲ ਕਰ ਸਕਦੇ। ਦੋਸਤੋ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਔਰ ਬੀਬਾ ਹਰਸਿਮਰਤ ਕੌਰ ਬਾਦਲ ਜੋ ਰਿਸ਼ਤੇ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦੀ ਧਰਮ ਪਤਨੀ, ਪੰਥ ਰਤਨ ਫਕਰੇ ਕੌਮ ਪਦਮ ਭੂਸ਼ਣ ਦੀ ਨੌ, ਅਤੇ ਬੀਬਾ ਜੀ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੀ ਭੈਣ ਜੀ ਨੇ ਜਿਨ੍ਹਾਂ ਨੂੰ ਰੱਖੜੀ ਬੰਨ੍ਹਦੀ ਹੈ। ਤੇ ਭੈਣਾਂ ਵੀਰਾਂ ਵਾਸਤੇ ਸੁੱਖ ਮੰਗਦੀਆਂ ਹੁੰਦੀਆਂ ਨੇ। ਉਹਨਾਂ ਨੇ ਇੱਕ ਬੜੀ ਵੱਡੀ ਗੱਲ ਕਹੀ ਹੈ, ਤਪੇ ਹੋਇਆਂ ਨੂੰ ਕਹੀ ਹੈ, ਤਪੇ ਹੋਇਆਂ ਨੇ ਕਹੀ ਹੈ ਕਿ ਸੂਈ ਦੇ ਨੱਕੇ ਜਿੰਨੀ ਵੀ ਜੇਕਰ ਮਜੀਠੀਏ ਨੇ ਮਤਲਬ ਡਰੱਗ ਵੇਚੀ, ਚਿੱਟਾ ਵੇਚਿਆ ਤੇ ਉਹਦਾ ਕੱਖ ਨਾ ਰਵੇ। ਤੇ ਬੀਬਾ ਜੀ ਇਸ ਗੱਲ ਨੂੰ ਲੈ ਕੇ ਬੜੀਆਂ ਗੱਲਾਂ ਹੋ ਰਹੀਆਂ ਨੇ। ਨਾਲ ਇਹ ਵੀ ਜੋੜ ਦਿੰਦੇ ਜੇ ਇੱਕ ਸਹਾਇਤਾ ਵੀ ਕੀਤੀ ਹੋਵੇ, ਥਾਪੜਾ ਵੀ ਦਿੱਤਾ ਹੋਵੇ, ਕਿਸੇ ਦੀ ਮਦਦ ਕੀਤੀ ਹੋਵੇ। ਜਿਹੜਾ ਇਲਜ਼ਾਮ ਲੱਗ ਰਿਹਾ ਵੀ ਗੱਡੀਆਂ ਦੇ ਵਿੱਚ ਢੋਆ ਢਵਾਈ ਹੋਈ ਹੈ ਮਜੀਠੀਏ ਦੀ, ਉਹ ਵੀ ਜੇਕਰ ਉਹਦੇ 'ਚ ਰੱਤੀ ਜਿੰਨੀ ਸੂਈ ਦੇ ਨੱਕੇ ਜਿੰਨੀ ਵੀ ਸਮੂਲੀਅਤ ਤਾਂ ਵੀ ਕੱਖ ਨਾ ਰਵੇ, ਗੱਲ ਬੜੀ ਬਣ ਜਾਣੀ ਸੀ ਹੈ ਨਾ। ਲੋਕਾਂ ਨੇ ਕਹਿਣਾ ਸੀ ਵਾਕਈ ਕਿਤੇ ਨਾ ਕਿਤੇ ਵੀ ਇਹ ਠੀਕ ਹੈ। ਸ਼ਾਇਦ ਹੁਣ ਕਹਿ ਦੇਣਗੇ ਗੱਲ ਪਹੁੰਚ ਤੇ ਸਾਡੀ ਜਾਣੀ ਹੈ, ਪਹੁੰਚ ਜਾਂਦੀਆਂ ਹੁੰਦੀਆਂ ਆਪਣੀਆਂ ਗੱਲਾਂ। 9058131320 905 813 1320। ਰਾਹੁਲ ਗਾਂਧੀ ਪਹਿਲੀ ਵਾਰ ਤਾਂ ਨਹੀਂ ਆਏ ਦਰਬਾਰ ਸਾਹਿਬ, ਉਹ ਅਕਸਰ ਆ ਜਾਂਦੇ ਨੇ, ਮੱਥਾ ਟੇਕਦੇ ਨੇ, ਚਲੇ ਜਾਂਦੇ ਨੇ। ਇਸ ਵਾਰ ਵੀ ਗੁਰੂ ਦਾ ਆਸ਼ੀਰਵਾਦ ਲਿਆ ਉਹਨਾਂ ਨੇ, ਪੰਜਾਬ ਦੀ ਫੇਰੀ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਰਾਹੁਲ ਗਾਂਧੀ ਦੀ ਗੱਲ ਹੈ, ਅੰਮ੍ਰਿਤਸਰ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ SSP ਸੀਗਾ ਤੇ ਰਾਹੁਲ ਗਾਂਧੀ ਬਕਾਇਦਾ ਤੌਰ ਤੇ ਆਪਣੇ 2 ਕੇ 3 ਸਿਕਿਉਰਿਟੀ ਵਾਲੇ ਲੈ ਕੇ ਬਾਈ ਏਅਰ ਰਾਜਾ ਸੰਧੀ ਏਅਰਪੋਰਟ ਤੋਂ ਉਤਰਦੇ। ਪੁਲਿਸ ਨੂੰ ਪਤਾ ਲੱਗਦਾ ਵੀ ਭਾਈ ਰਾਹੁਲ ਗਾਂਧੀ ਹੈ ਤੇ ਭੱਠੂ ਪੈ ਜਾਂਦਾ, ਤੂੰ SSP ਨੂੰ ਆਪ ਫੋਨ ਕਰਦੇ ਵੀ ਭਾਈ ਕੋਈ ਸਿਕਿਉਰਿਟੀ ਨਹੀਂ ਲਾਉਣੀ, ਮੇਰੇ ਕੋਲ ਜਿੰਨੀ ਸਿਕਿਉਰਿਟੀ ਮੈਂ ਦਰਬਾਰ 'ਚ ਨਤਮਸਤਕ ਹੋਣ ਚੱਲਿਆ, ਕੋਈ ਸਿਕਿਉਰਿਟੀ ਨਹੀਂ। ਉਹ ਇਕੱਲੇ ਆਏ, ਉਹੀ ਸਿਕਿਉਰਿਟੀ ਨਾਲ 2-3 ਬੰਦੇ ਸੀ। ਹਰਪਾਲ ਸਿੰਘ ਭਾਟੀਆ ਜਿਹੜਾ ਸੀ ਉਹਨੂੰ ਕਿਤੇ ਪਤਾ ਲੱਗਾ ਤੇ ਉਹ ਨਾਲ ਚਲੇ ਗਿਆ ਤੇ ਹਰਪਾਲ ਸਿੰਘ ਭਾਟੀਆ ਨਾਲ ਬਕਾਇਦਾ ਤੌਰ ਤੇ ਇਹਨਾਂ ਨੇ ਮੱਥਾ ਵੀ ਟੇਕਿਆ ਦਰਬਾਰ ਸਾਹਿਬ ਤੇ ਲੰਗਰ ਵੀ ਛਕਿਆ। ਉਹ ਵੀਡੀਓ ਵੀ ਬਾਹਰ ਆਈਆਂ ਤੇ ਉਹ ਬਕਾਇਦਾ ਤੌਰ ਤੇ ਫੋਟੋ ਵੀ ਬਾਹਰ ਆਈ। ਮੱਥਾ ਟੇਕ ਕੇ 2-3 ਘੰਟੇ 'ਚ ਇਹ ਵਾਪਸ ਚਲੇ, ਜਿਵੇਂ ਕਿ ਉਹਨੂੰ ਪੁਲਿਸ ਦੇ ਪ੍ਰਬੰਧ ਕਰਨੇ ਸੀ ਉੱਤੇ ਨੂੰ ਵਾਪਸ। ਜਦੋਂ ਡਾਕਟਰ ਮਨਮੋਹਨ ਸਿੰਘ ਵਿੱਤ ਮੰਤਰੀ ਹੁੰਦੇ ਸੀ, ਵਿੱਤ ਮੰਤਰੀ ਤੋਂ ਸਰਕਾਰ ਚਲੀ ਗਈ ਤੇ ਉਹ ਵੀ ਚਲੇ ਗਏ। ਅੰਮ੍ਰਿਤਸਰ ਆਉਂਦੇ ਬਾਈ
ट्रेन शताब्दी उतरते आ तो अपना टैक्सी फड़िया वा, आटो वाले को पुछदे भी दरबार साहब चलाने, कहंदा हाँ चल चलांगे, किन्ने पैसे, कहंदा 50 रुपये, कहंदा 30 लेने, वो कहंदा नहीं जी निवारा नहीं खांदा, 50 रुपये नहीं खांदा। एक सरदार सीगा, उन्हें पछाणिया डॉक्टर मनमोहन सिंह, वो कहने लगा हाँ जी दसो जी सरदार जी की गल, वो कहंदे जी दरबार साहब चलांगे, चलांगे, किन्ने पैसे, जिन्ने दे दोगे, जिन्ने दे दोगे कोई गल नहीं, कहना 30 रुपये दो, कहना ठीक है बैठो। अपनी वाइफ में दोवें जने बैठे, बह के आटो से दरबार साहब चले। दरबार साहब जान तो बाद जो गए उत्थे तो पैसे देने लगा तो उन्हें डॉक्टर साहब हाथ जोड़े, तुम सत्कार जो, ना 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 सत्कार जो तो वक्री गल है, पैसे चुक 30 रुपये अपने जो बनता वो देना, नहीं 30 रुपये देते उन्होंने। आप मत्था टेकने चले गए तो रागियों के पिछे बह के लोगों ने पछाण लेना सी डॉक्टर साहब ने। जो पिछे बैठे सी पता लग्या कांग्रेसी डॉक्टर साहब आए तो उन्हें चेन डॉक्टर साहब लगन छक के तुरदे बने तो नहीं तेन कट्ठे कुट्ठे होने सी। दूसरी बारी जो आए, दूसरी बारी पंजाब के जी मामले के इंचार्ज बन के आए, नहीं सॉरी वो अपने रिश्तेदारी शादी च आए, जिहड़े कांग्रेसी पता लगे तो गड्डियां लैके गए उत्थे अपने रेलवे स्टेशन से, उन्होंने दसो कि बिल्कुल तुसीं गड्डी अपने लो, तुहाडी गड्डी लोड़ नहीं मिली है, मैं अपने प्राइवेट दौरे ते आया, प्राइवेट काम च आया, मैं जो पार्टी के काम तुसीं आ जाओ, तुसीं जाओ मैं चल जाऊंगा। मतलब इहो जिहा सिंपल सी जी। उसे तरह गल नूं अडॉप्ट किया उदों राहुल गांधी ने, लेकिन जिहड़ी अज उन्हां दी फेरी सी, अज उन्हें अपनी फेरी का बकायदा तौर पर कहता कि मेरे 117 हल्कों के उम्मीदवार मेरे नाल हो, असीं मत्था टेकांगे, गुरु का शीर लावांगे, भावें 117 हल्के दे नहीं आए, कोई 35-40 बहुत नहीं आ सके, कोई अपने फील्ड से गया, कोई कितने गया, कोई नहीं आ सकिया, लेकिन अपने साथियों नाल नवजोत सिंह सिद्धू भी नाल, चन्नी भी नाल, बकायदा तौर पर इत्थों दा MP भी नाल, सारे नाल ने, उन्होंने दरबार से मत्था टेका ते लंगर छकिया। मैं कहूँगा ये धार्मिक फेरी नहीं, ये वोटां की सियासत की फेरी जी जी जी। बकायदा तौर पर मत्था टेकिया, मत्था टेकन तो दरगियाना टैंपल गए, दरगियाना टैंपल तो बाद फिर जिथे वाल्मीकि ना विशेष स्थान, भगवान वाल्मीकि के विशेष स्थान राम तीर्थ गए, क्यों गए, उत्थे वोटां दा बुक पता मिलना सीगा, वाल्मीकि भाईचारे का मिलना सीगा, उत्थे गए, उत्थे किसी बंदे ने विरोध भी किया, एक उम्मीदवार को टिकट कट्टी गई सी तो उन्हें कालियां झंडियां विखाई मुखियां माड़ी मोटे उहो जिहे काम चलते रहिंदे, कोई गल नहीं। उत्थों फिर जिहड़ा सी मत्था टेक के वापस जलंधर गए, जदों जलंधर गए ने, जलंधर स्टेज तो इन्नी गल इन्हां कही है, इन्हां ने इन्नी गल कही राहुल गांधी ने कि मैं ते चन्नी जी ते सिद्धू जी एक गड्डी च आए ते मैं इन्हां नूं इन्नी गल कही भी भाई आपां मुख मंत्री लड़न, दसो किहड़ा नाम लाइए, ते दोवां ने मैनूं कहा भी तुसीं जिहदा मर्जी लाण दिओ, असीं दूजा बंदा असीं ठोक के सपोर्ट करना, जिहदा मर्जी लाण दिओ। इहदा मतलब हुण मुख मंत्री दे चेहरे सिर्फ 2 रह गए, होर कोई नहीं रह गया कोई। चलो ये तो है ही 2 वैसे उदां ते। राहुल गांधी स्टेज तो बोलते, वो की कहिंदे, जदों चन्नी साहब स्टेज तो बोलते वो अपना पिछोकड़ दसदे, कीतियां गल्लां दसदे, 111 ने ठीक कीता ते मुड़ के कहिंदे कि सिद्धू साहब मेरे वड्डे भरा ने, सत्कारयोग ने, ते मैं राहुल गांधी ने कहना जिहदा नाम मर्जी लाण दे ओदी चन्नी जाके प्रचार ठोक के करेगा, कहंदा सिद्धू साहब इधर आओ, जफ्फी पा के खलोंदे आ, नाल भारत भूषण आछू नूं लिंदे आ, नाल प्रगट सिंह लिंदे, जफ्फी पा के स्टेज ते खलोंदे, बस भरा मसली लड़ाई कोई नहीं जाएगी। हुण राहुल साहब आउंदे उत्ते, सिद्धू साहब की जो मैं कर दी आदत होंदी, अपनी मैम करके चले गए, मैं आ जाऊंगा, मैं ये करूँ वो करूँ। बाद राहुल गांधी ने की किया, राहुल गांधी स्टेज तो आके गल कहिंदे, वेखो जी मैं दोवां नूं पुछया ते दोवां ने इन्नी गल की भी जिन्हों भी तुसीं ऐलान दिओगे तुहाडा हुक्म होगा, दूजा ओदी ठोक के जी। वो कहना ठीक है, वो कहना जी हुण मैं ये आप नहीं ला सकता, मैं ये पहला वर्करां दी राय लूंगा, वर्कर की चाहुंदे आप गल की, तुहानूं याद होएगा जदों केजरीवाल ने कहा जी वर्करां दी राय लवांगे ते इन्ने अकाला आ गया, इन्ना सब कुछ सानूं आ गया, उदों आपां भी कहा सी भी ये बाकी पार्टियां दे भी एक जिहड़ा प्रेसीडेंट बन देगा, बाकी पार्टियां भी करेगा। हुण राहुल गांधी होरी किवें वर्करां दी राय लैंदे आ, किवें नहीं लैंदे, ये उन्हां नूं पता होਊਗਾ।
ਲੇਕਿਨ ਅੱਜ ਦੀ ਜਿਹੜੀ ਫੇਰੀ ਸੀ ਉਹਦੇ ਵਿੱਚ ਚੰਨੀ ਦੀ ਫਰਾਕ ਦੇ ਲਈ ਸਿੱਧੂ ਦੀ ਉਹ ਗੱਲ ਅਗਲੀ, ਮੈਂ ਆਹ ਕਰ ਦੂੰਗਾ, ਮੈਂ ਜੇ ਕਰ ਦੂੰਗਾ, ਮੈਂ ਆਹ ਲੈ ਕੇ ਆਉਂਗੀ, ਉਹ ਗੱਲ ਮਾਰੀ ਲੋਕੀ ਪਸੰਦ ਨਹੀਂ ਕਰਦੇ। ਸਿੱਧੂ ਸਾਹਿਬ ਤੁਸੀਂ ਬੜੇ ਇਮਾਨਦਾਰ ਹੋ, ਕੰਮ ਕਰਨ ਦੀ ਸਮਰੱਥਾ ਰੱਖਦੇ ਹੋ, ਨੌਜਵਾਨ ਨੂੰ ਪੰਜਾਬ ਦੇ ਲੋਕ ਜਿਹੜੇ ਨਾ ਆਪਣੇ ਰੱਬ ਨੂੰ ਤੂੰ ਕਹਿੰਦੇ ਆ। ਜੇ ਰੱਬ ਨੂੰ ਤੂੰ ਕਹਿ ਕੇ ਪੁਕਾਰੋਗੇ ਨਾ ਤੇ ਕੁਝ ਮਿਲ ਜੂਗਾ, ਜੇ ਤੇ ਮੈਂ ਕਰੋਗੇ ਤੇ ਫਿਰ ਕੱਖ ਨਹੀਂ ਮਿਲਣਾ। ਭੱਟੀ ਸਾਹਿਬ ਕੁਝ ਧਰਮ ਦੀ ਗੱਲ ਵੀ ਕਰ ਲਈਏ। ਗੁਰਦੁਆਰਾ ਪ੍ਰਬੰਧਕ ਕਮੇਟੀ ਗੋਲਕ ਦੀ ਸੇਵਾ ਸੰਭਾਲ ਵਾਸਤੇ ਜਿਵੇਂ ਜਲੂਸ ਕੱਢਿਆ ਸਾਡੀ ਕੌਮ ਦੇ ਜਥੇਦਾਰਾਂ ਨੇ, ਜਥੇਦਾਰ ਦੀ ਪਰਿਭਾਸ਼ਾ ਤੋਂ ਵੀ ਵਾਕਫ ਨਹੀਂ ਹੈ, ਜਥੇਦਾਰ ਦੀਆਂ ਜ਼ਿੰਮੇਵਾਰੀਆਂ ਦਾ, ਜਥੇਦਾਰ ਦੀ ਪਰਿਭਾਸ਼ਾ ਦਾ ਹੀ ਨਹੀਂ ਪਤਾ ਹੁਣ ਇਹਨਾਂ ਨੂੰ। ਚਲੋ ਖੈਰ ਨਹੀਂ, ਮੈਂ ਪੈਰ ਥੱਲੇ ਬਟੇਰਾ ਆਇਆ, ਮੈਂ ਕਹਿੰਦੇ ਗੋਲਕ ਦੀ ਸੇਵਾ ਸੰਭਾਲ ਕਰ ਸਕਦਾ, ਵਧੀਆ ਮੈਂ ਕਰ ਸਕਦਾ। ਤੇ ਇਹ ਲਾਂਤੀ ਟੋਲਾ ਜਿਹੜਾ ਵੀ ਹੈ, ਮਾਫ ਕਰਨਾ ਗੱਲ ਮੈਂ ਸਾਰਿਆਂ ਨੂੰ ਲਪੇਟ ਕੇ ਕਰਦਾ ਹੁੰਨਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚੰਗੇ ਵੀ ਹਨ ਸੇਵਾ ਕਰਨ ਵਾਲੇ। ਮੈਂ ਭਾਂਡੇ ਮਾਂਜਦੇ ਵੀ ਵੇਖੇ ਪ੍ਰਧਾਨ, ਤੇ ਮੈਂ ਇਨਸਾਨ ਵਾਂਗੂ ਚੌੜੇ ਹੁੰਦੇ ਜਾਂਦੇ ਵੀ ਵੇਖੇ ਗੁਰੂ ਗ੍ਰੰਥ ਸਾਹਿਬ ਨੂੰ ਡਰਾਉਣ। ਤੁਰਿਆ ਜਾਂਦਾ ਨਹੀਂ ਹੁੰਦਾ, ਫਿਰ ਡੰਡੌਤ ਬੜੀ ਕਰਨਗੇ, ਗਲ 'ਚ ਹਜੂਰੀਆ ਪਾਇਆ ਹੁੰਦਾ, ਵੇਖ ਲਓ ਪ੍ਰਧਾਨ ਆ ਗਿਆ ਗੁਰਦੁਆਰੇ ਦਾ। ਹਾਂਜੀ, ਇਹੋ ਜਿਹੇ ਵੀ ਹੈਗੇ ਨੇ, ਸੇਵਾ ਕਰਨ ਵਾਲੇ ਵੀ ਹੈਗੇ ਨੇ, ਚੰਗੀ ਥਾਂ ਦੇ ਉੱਤੇ ਸੇਵਾ ਕਰਕੇ ਗੋਲਕ ਨੂੰ ਖਰਚਣ ਵਾਲੇ ਵੀ ਹੈਗੇ ਨੇ, ਤੇ ਕਈ ਬੀਬੇ ਬਾਣੇ ਗੁਰੂ ਦੀ ਗੋਲਕ ਚੋਰੀ ਕਰਨ ਵਾਲੇ ਵੀ ਹੈਗੇ ਨੇ। ਪੌੜਾ ਸਾਰਾ ਪੈਸੇ ਦਾ, ਪੌੜਾ ਸਾਰਾ ਪੈਸੇ ਦਾ। ਤੇ ਦਿੱਲੀ ਵਾਲੇ ਜੋ ਲਾਂਤੀਆਂ ਨੇ ਕੀਤਾ ਸਰਦਾਰਾਂ ਨੇ, ਉਹ ਤੁਸੀਂ ਦੇਖ ਹੀ ਲਿਆ, ਉੱਥੇ ਸੇਵਾ ਸੰਭਾਲੀ। ਗੁੰਡਾਗਰਦੀ ਮੈਂ ਨਹੀਂ ਕਹਿ ਰਿਹਾ, ਇਹ ਸਰਨਾ ਸਾਹਿਬ ਕਹਿ ਰਹੇ ਨੇ। ਸਰਨਾ ਨੇ ਦਿੱਲੀ ਕਮੇਟੀ ਦੀ ਗੁੰਡਾਗਰਦੀ ਨੂੰ ਲੈ ਕੇ ਕਿਹਾ ਕਿ ਜਥੇਦਾਰ ਅਕਾਲ ਤਖਤ ਅਹੁਦਾ ਛੱਡੇ, ਸ਼੍ਰੋਮਣੀ ਕਮੇਟੀ ਪ੍ਰਧਾਨ ਅਸਤੀਫਾ ਦੇਵੇ। ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਬਿਲਕੁਲ। ਪਹਿਲੀ ਗੱਲ ਤੇ ਇਹ ਆ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਉੱਥੇ ਮਨਜ਼ੂਰ ਸੀ, ਤੇ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਕਿਸੇ ਬੰਦੇ ਨਾਲ ਮੇਰੀ ਗੱਲ ਹੋਈ। ਮੈਂ ਕਿਹਾ ਸਰਨੇ ਨੇ ਇਹ ਮੰਗ ਕੀਤੀ ਬਕਾਇਦਾ ਤੌਰ ਤੇ ਅੱਜ ਵੀ ਪ੍ਰਧਾਨ ਜਿਹੜਾ ਮੌਜੂਦ ਸੀ ਉਹ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾ ਰਿਹਾ, ਉਹਨੂੰ ਆਪਣੇ ਉਹਦੇ ਤੋਂ ਅਸਤੀਫਾ ਦੇਣਾ ਚਾਹੀਦਾ ਨੈਤਿਕਤਾ ਦੇ ਆਧਾਰ ਤੇ। ਨੈਤਿਕਤਾ ਤੇ ਰਹੀ ਨਹੀਂ, ਦੇਣਾ ਕਿੱਥੋਂ? ਬਕਾਇਦਾ ਤੌਰ ਤੇ ਜਦੋਂ ਆਰਜੀ ਚੇਅਰਮੈਨ ਪ੍ਰੋਟੇਮ ਚੇਅਰਮੈਨ ਲਾਉਣ ਦੀ ਕੋਸ਼ਿਸ਼ ਕਿਹਾ ਗਿਆ ਸੀ, ਸਰਨਾ ਗਰੁੱਪ ਨੇ ਕਿਹਾ ਸੀ ਕਿ ਇਹ ਐਡਵੋਕੇਟ ਸਾਹਿਬ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਇਹਨਾਂ ਨੂੰ ਪ੍ਰੋਟੇਮ ਚੇਅਰਮੈਨ ਬਣਾ ਦਿੱਤਾ ਜਾਵੇ। ਜਦੋਂ ਧਾਮੀ ਸਾਹਿਬ ਦਾ ਨਾਂ ਲਿਆ ਗਿਆ ਤੇ ਬਾਦਲ ਦਲ ਦੇ ਸਾਰੇ ਦੇ ਸਾਹਮਣੇ ਲੱਗੇ 5 ਪੱਥਰ ਲੈ ਕੇ ਵੀ ਇਹ ਕਿਉਂ, ਇਹ ਕਿਵੇਂ ਬਣ ਜੂਗਾ, ਅਸੀਂ ਆਪਣਾ ਬਣਾਵਾਂਗੇ। ਮਤਲਬ ਉਹ ਪਹਿਲਾ ਮਨਸੂਬਾ ਬਣਾ ਕੇ ਆਏ ਸੀ ਵੀ ਇੱਥੇ ਅੱਜ ਅਸੀਂ ਕਬਜ਼ਾ ਕਰਨਾ ਵਾ, ਚੋਣ ਨਹੀਂ ਕਰਨੀ। ਤੇ ਚੁੱਪ ਕਰਕੇ ਧਾਮੀ ਸਾਹਿਬ ਨੇ ਇਨਕਾਰ ਕਰਤਾ ਸੀ ਕਿ ਮੈਂ ਨਹੀਂ ਬਣਨਾ, ਤੇ ਇੱਕ ਨੁੱਕਰ ਜਾ ਕੇ ਬਹਿ ਗਏ ਸੀ, ਲੋ ਜੀ ਮੈਂ ਬੈਠਾ ਵੋਟ ਪਾ ਦੂੰ ਜਿੱਥੇ। ਧਾਮੀ ਸਾਹਿਬ ਸਰਨਿਆਂ ਨੂੰ ਕਹਿੰਦੇ ਤੁਸੀਂ ਏਦਾਂ ਕਰੋ, ਪਰਚੀ ਪਾ ਲਓ। ਉਹ ਕਹਿੰਦਾ ਗੁਰੂ ਸਾਹਿਬ ਨੂੰ ਜੂਏ 'ਚ ਲੈ ਕੇ ਆਓਗੇ, ਜੂਆ ਖੇਡਣਾ ਤੁਸੀਂ ਇੱਥੇ ਕੋਈ? ਸਾਡੇ ਐਕਟ ਦੇ ਮੁਤਾਬਕ ਇਹ ਆ ਵੀ ਬਕਾਇਦਾ ਤੌਰ ਤੇ ਗੁਪਤ ਵੋਟਿੰਗ ਹੁੰਦੀ ਹੈ ਇੱਥੇ, ਅੱਜ ਤੱਕ ਗੁਪਤ ਵੋਟਿੰਗ ਹੁੰਦੀ ਆਈ ਹੈ, ਤੁਸੀਂ ਏਦਾਂ ਨਹੀਂ ਕਰ ਸਕਦੇ। ਜਦੋਂ ਗੁਪਤ ਵੋਟਿੰਗ ਹੋਣ ਦੀ ਗੱਲ ਕੀਤੀ ਉਦੋਂ ਧਾਮੀ ਸਾਹਿਬ ਨੂੰ ਬਕਾਇਦਾ ਤੌਰ ਤੇ ਅੱਗੇ ਹੋਣਾ ਚਾਹੀਦਾ ਸੀ, ਭਾਈ ਵਾਕਿਆ ਹੀ ਐਕਟ ਦੇ ਵਿੱਚ ਲਿਖਿਆ ਵੀ ਤੁਸੀਂ ਵੋਟ ਵਿਖਾ ਕੇ ਨਹੀਂ ਪਾ ਸਕਦੇ, ਜਿਹੜੀ ਵਿਖਾ ਕੇ ਪਾਓਗੇ ਉਹ ਕੈਂਸਲ ਹੋਗੀ, ਰੱਦ ਕੀਤੀ ਜਾਊਗੀ। ਡਾਇਰੈਕਟਰ ਗੁਰਦੁਆਰਾ ਦੇ ਚੋਣਾਂ ਨੇ ਵੀ ਗੱਲ ਕਈ ਵੀ ਆ ਵੇਖੋ ਲਿਖਿਆ ਜੀ ਬਕਾਇਦਾ ਤੌਰ ਤੇ ਕਿਤਾਬ ਲਿਖਿਆ, ਪਰ ਐਕਸ਼ਨ ਕੋਈ ਨਹੀਂ ਲਿਆ। ਜਿੱਥੋਂ ਇਹ ਰੌਲਾ ਪਿਆ, ਜਦੋਂ ਬਕਾਇਦਾ ਤੌਰ ਤੇ ਪੁਲਿਸ ਮਨਾਉਣ ਲਈ 30 ਬੰਦਿਆਂ ਨੇ ਸਾਈਨ ਕੀਤੇ, ਉਹਦੇ ਵਿੱਚ ਹਰਜਿੰਦਰ ਸਿੰਘ ਧਾਮੀ ਦਾ ਨਾਂ ਵੀ 29 ਨੰਬਰ ਤੇ ਲਿਖਿਆ। ਹਰਜਿੰਦਰ ਸਿੰਘ, ਚਲੋ ਤੁਸੀਂ ਸਾਈਨ ਕਰਤੇ, ਲਿਖ ਦਿੱਤਾ, ਪੁਲਿਸ ਬੁਲਾ ਲਓ ਜੀ। ਲੇਕਿਨ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਇੱਕ ਰਿਸਪੌਂਸਿਬਿਲਿਟੀ ਬਣਦੀ ਸੀ ਕਿ ਉਹ ਸਿੱਖਾਂ ਦੀ ਪਾਰਲੀਮੈਂਟ ਦਾ ਮੁਖੀ ਸੀਗਾ, ਉਹਦਾ ਫਰਜ਼ ਬਣਦਾ ਸੀ ਗੇਟ ਤੇ ਖੜ ਜਾਂਦਾ, ਇੱਥੇ ਖੜ ਜਾਓ, ਤੁਸੀਂ ਅੰਦਰ ਨਹੀਂ ਜਾ ਸਕਦੇ, ਅੰਦਰ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ। ਜਿੰਨਾ ਚਿਰ ਇੱਥੇ ਪ੍ਰਕਾਸ਼ ਕੀਤਾ ਉਹਨਾਂ ਤੁਸੀਂ ਵਰਦੀ ਧਾਰੀ ਜੁੱਤੀਆਂ ਪਾ ਕੇ ਡੰਡਿਆਂ ਸੁੱਟੇ ਨਾਲ ਅੰਦਰ ਨਹੀਂ ਆ ਸਕਦੇ। ਲੇਕਿਨ ਧਾਮੀ ਸਾਹਿਬ ਚੁੱਪ ਕਰਕੇ ਨੁੱਕਰ ਤੇ ਬੈਠੇ ਰਹੇ, ਪੁਲਿਸ ਆਈ, ਜੁੱਤੀਆਂ ਸੁੱਟ ਕੇ ਅੰਦਰ ਜਾਵਣ ਹੋਈ, ਸਾਹਮਣੇ ਪ੍ਰਕਾਸ਼ ਕੀਤਾ, ਸ਼ਰਮ ਨਹੀਂ ਆਈ ਦਿੱਲੀ ਦੇ ਸਿੱਖਾਂ ਨੂੰ। ਮੈਂ ਕਹਿੰਦਾ ਲੇਕਿਨ ਜਿਨ੍ਹਾਂ ਨੂੰ ਸ਼ਰਮ ਆਈ ਕਿ ਉੱਥੇ ਇਹ ਕੁਛ ਆ, ਉਹ ਨੌਜਵਾਨ ਰਾਤ ਮੀਂਹ ਵੱਧ ਜਾ ਕੇ ਉੱਥੇ ਉਹਨਾਂ ਮੁਜ਼ਾਹਰੇ ਕੀਤੇ, ਘੇਰਾ ਪਾਇਆ ਇਹਨਾਂ ਨੂੰ, ਭਾਈ ਤੁਸੀਂ ਕਰਨ ਕੀ ਬਹਿ ਜੇ, ਕੀ ਗੰਦ ਪਾਇਆ ਤੁਸੀਂ। ਲੇਕਿਨ ਜੇ ਉਹ 400 ਬੰਦਾ ਸੀ ਤੇ 800 ਬੰਦਾ ਪੁਲਿਸ ਨੇ ਘੇਰਾ ਪਾ ਕੇ ਤੁਸੀਂ ਅੱਗੇ ਨਹੀਂ ਜਾ ਸਕਦੇ।
ਏਦਾਂ ਚੋਣ ਕੀਤੀ ਗਈ, ਉਹਦੇ ਵਿੱਚ ਬਕਾਇਦਾ ਤੌਰ ਤੇ ਅੱਜ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਤੀ ਆਪਣੇ ਸਾਥੀਆਂ ਨੇ ਅੰਮ੍ਰਿਤਸਰ ਪਹਿਲਾਂ ਦਰਬਾਰ 'ਚ ਮੱਥਾ ਟੇਕਿਆ, ਮੁੜ ਕੇ ਪ੍ਰੈਸ ਕਾਨਫਰੰਸ ਕੀਤੀ। ਕਹਿੰਦਾ ਜਥੇਦਾਰ ਤੇ ਸਾਨੂੰ ਅਫਸੋਸ ਇਸ ਗੱਲ ਦਾ ਵਾ। ਕਹਿੰਦਾ ਜਥੇਦਾਰ ਅਸੀਂ ਪਹਿਲਾਂ ਸਕੀਮ ਬਣਾਈ ਵੀ ਜਥੇਦਾਰ ਨੂੰ ਐਪਲੀਕੇਸ਼ਨ ਦਿੱਤੀ ਜਾਵੇ, ਫਿਰ ਅਸੀਂ ਜੇ ਤੂੰ ਹੋਣਾ ਹੀ ਕੱਖ ਨਹੀਂ, ਐਪਲੀਕੇਸ਼ਨ ਦੇਣ ਦੀ ਕੀ ਲੋੜ ਉੱਥੇ ਹੈਗੀ। ਅਸੀਂ ਅਕਾਲ ਤਖਤ ਦੇ ਉੱਤੇ ਜੇ ਕੋਈ ਗਲਤੀ ਹੋਈ ਤਾਂ ਸਮਝ ਜਦ ਅਰਦਾਸ ਕਰ ਲਾਂਗੇ, ਕੋਈ ਗੱਲ ਆਪੇ ਕਰ ਲਾਂਗੇ। ਜੇ ਨਹੀਂ ਹੋਈ ਤਾਂ ਗੁਰੂ ਸਾਹਿਬ ਜਾਣਦੇ ਕਿਹਨੇ ਕੀਤੀ ਕਿਹਨੇ ਨਹੀਂ ਕੀਤੀ। ਹੁਣ ਉਹਨਾਂ ਨੇ ਇੰਨੀ ਗੱਲ ਕੀ ਵੀ ਜਥੇਦਾਰ ਨੇ ਉਸ ਚੀਜ਼ ਦੇ ਉੱਤੇ ਅਜੇ ਤੱਕ ਜਿਹੜੀ ਉਹ ਗੁੰਡਾਗਰਦੀ ਹੋਈ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਅਸੀਂ ਜਥੇਦਾਰ ਨੂੰ ਕਹਿੰਦੇ ਭਾਈ ਤੈਨੂੰ ਜਥੇਦਾਰ ਰਖਾਉਣ ਦਾ ਕੋਈ ਹੱਕ ਨਹੀਂ, ਤੂੰ ਆਪਣੇ ਉਹਦੇ ਤੋਂ ਅਸਤੀਫਾ ਦੇ, ਆਪਣਾ ਉਹਦਾ ਛੱਡ। ਹੁਣ ਸਵਾਲ ਇਹ ਪੈਦਾ ਹੁੰਦਾ ਵਾ, ਪਹਿਲੀ ਗੱਲ ਤੇ ਚਾਵਲਾ ਸਾਹਿਬ ਮੈਂ ਜਥੇਦਾਰਾਂ ਦੀ ਤੁਹਾਨੂੰ ਦੱਸ ਦਿੰਦਾ, ਜਿਹੜੀ ਗੱਲ ਤੁਸੀਂ ਜਥੇਦਾਰ ਕਿਹਾ ਨਾ ਸਮੇਦਾਰ ਸਮਾਂ ਥੋੜਾ ਇਹ ਆਪਣੇ ਨੂੰ ਜਥੇਦਾਰ ਖਵਾ ਕੇ ਨਹੀਂ ਰਾਜੀ ਅੱਜ ਕੱਲ੍ਹ। ਸਿੰਘ ਸਾਹਿਬ ਖਵਾਉਂਦੇ ਆਪਣੇ ਆਪ ਨੂੰ, ਜਥੇਦਾਰ ਤੇ ਆਪੇ ਨਾਲ ਲਾਤਾ, ਬਾਕੀ ਕੀ ਰਹਿ ਗਿਆ। ਸਿੰਘ ਸਾਹਿਬ ਕਿਆ ਬਾਤ, ਜਥੇਦਾਰ ਸਮਝਣਾ ਆਪਣੇ ਨੂੰ ਲਾਤਾ, ਆਪੇ ਲਾਤਾ। ਇਸ ਕਰਕੇ ਉਹ ਜਥੇਦਾਰ ਨਹੀਂ ਕੌਮ ਦੇ ਹੈਗੇ, ਉਹ ਸਿੰਘ ਸਾਹਿਬ ਨੇ ਤੇ ਜਿਹਦੇ ਉਹ ਕਰਿੰਦੇ ਨੇ ਸਾਰੀ ਦੁਨੀਆ ਨੂੰ ਪਤਾ ਉਹਨਾਂ ਕਿਵੇਂ ਕੰਮ ਕਰਨੇ ਆ। ਹੁਣ ਇਹ ਪਤਾ ਲੱਗਾ ਵਾ ਕਿ ਸ਼ਾਇਦ ਅਜੇ ਕਨਫਰਮ ਨਹੀਂ ਹੋਇਆ, ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ਼ਿਕਾਇਤ ਕੀਤੀ ਕਿ ਸਰਨਿਆਂ ਨੂੰ ਬੁਲਾਓ। ਬਕਾਇਦਾ ਤੇ ਉੱਥੋਂ ਦਿੱਲੀ ਵਾਲੇ ਜਿਹਨੇ ਕਬਜ਼ਾ ਕੀਤਾ ਉਹਨਾਂ ਸ਼ਿਕਾਇਤ ਕੀਤੀ ਬੁਲਾਓ। ਮਾਰਨਾ ਵੀ ਤੇ ਰੋਣ ਵੀ ਨਹੀਂ ਦੇਣਾ, ਉਹ ਕਹਿੰਦੇ ਬੁਲਾਓ, ਆਵਾਂਗੇ ਜਵਾਬ ਦੇਵਾਂਗੇ, ਕੋਈ ਗੱਲ ਨਹੀਂ, ਠੋਕ ਜਾ ਕੇ ਜਾਵਾਂਗੇ। ਮੈਂ ਕੱਲ ਪੁੱਛੀ ਇੱਕ ਬੰਦੇ ਨੂੰ, ਇਹਨਾਂ ਦੇ ਜਿਹੜੇ ਵਿਰੋਧੀ ਧਿਰ ਦੇ ਬੰਦੇ ਸੀ, ਮੈਂ ਕਿਹਾ ਵੀ ਤੁਹਾਡੇ ਕੋਲ ਰਿਕਾਰਡ ਹੈਗਾ ਸਾਰਾ? ਅੱਧਾ ਜਿਹੜਾ ਸਰਕਾਰੀ ਰਿਕਾਰਡ ਤਿਆਰ ਹੋਇਆ ਸੀ ਉਹਦੀ ਅਸੀਂ 70,000 ਰੁਪਇਆ ਖਰਚ ਕਰਕੇ ਪੂਰੀ ਦੀ ਪੂਰੀ ਕਾਪੀ ਲੈ ਲਈ ਕਿ ਪੁਲਿਸ ਕਿਵੇਂ ਐਂਟਰ ਹੁੰਦੀ ਹੈ, ਕਿੰਨੇ ਕਿੰਨੇ ਸਾਈਨ ਕੀਤੇ, ਸਾਰੀਆਂ ਕਾਪੀਆਂ ਸਾਡੇ ਕੋਲ ਪਈਆਂ। ਜੀ ਬੁਲਾਵੇ ਜਿਸ ਵੇਲੇ ਸਾਨੂੰ ਵਿਖਾਵਾਂਗੇ ਅਸੀਂ ਉਹਨੂੰ। ਠੀਕ ਮੈਂ ਨਾ ਕਾਲਰ ਨੇ, ਸਮਾਂ ਸਾਡੇ ਕੋਲ ਹੈ ਨਹੀਂ, ਪਰ ਗੱਲ ਸੁਣ ਲੈਂਦੇ ਬਾਈ ਜੀ 30 ਸੈਕਿੰਡ ਦੇ ਵਿੱਚ। ਵੈਲਕਮ ਜੀ ਚਾਵਲਾ ਸਾਹਿਬ ਤੇ ਪੱਟੀ ਸਾਹਿਬ, ਬਹੁਤ ਬਹੁਤ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮੈਂ ਜੀ ਬਹੁਤ ਵਾਰੀ ਸੁਣਦਾ ਤੇ ਸਿੱਖ ਹਿਸਟਰੀ ਵਿੱਚ ਇਹ ਨਹੀਂ ਮੈਂ ਸੁਣਿਆ ਨਾ ਪੜ੍ਹਿਆ ਵੀ ਫਲਾਨਿਆਂ ਤੇਰਾ ਕੱਖ ਨਾ ਰਹੇ ਤਾਂ ਫਲਾਨਿਆਂ ਤੇਰਾ ਕੁਛ ਵੀ ਨਾ ਰਹੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਉਹਨਾਂ ਦਾ ਸਮਾਨ ਪਿਰਥੀ ਚੰਦ ਸਾਹਿਬ ਕੋਲ ਲੈ ਗਿਆ, ਰਸੋਈ ਦਾ ਸਮਾਨ ਵੀ ਚੱਕ ਕੇ ਲੈ ਗਿਆ ਸੀ, ਭਾਂਡਾ ਠੀਕਰ ਵੀ ਲੈ ਗਿਆ ਸੀ, ਗੁਰੂ ਮਹਾਰਾਜ ਨੇ ਇੱਕੋ ਸ਼ਬਦ ਕਿਹਾ ਸੀ, ਇਹ ਸਭ ਕੁਛ ਲੈ ਜਾਣ, ਖੁਦਾ ਤਾਂ ਮੇਰੇ ਹਿਰਦੇ 'ਚ ਬੈਠਾ। ਇਸ ਕਰਕੇ ਮੈਂ ਪੱਟੀ ਸਾਹਿਬ ਦੀ ਟਿੱਪਣੀ ਚਾਹੁੰਦਾ ਵੀ ਇਹ ਜਿਹੜਾ ਇਹ ਖੰਡਬਾਜ਼ੀ ਕਰਦੇ ਨਾ, ਫਲਾਨੇ ਦਾ ਕੱਖ ਨਾ ਰਹੇਗਾ, ਕਰਤਾ ਇਹਨਾਂ ਨੇ ਸਭ ਕੁਝ ਦਿੱਤਾ। ਜਦੋਂ ਇਹ ਹੋਮ ਮਿਨਿਸਟਰ ਜੀ 2015 ਵਿੱਚ ਗੁਰੂ ਮਹਾਰਾਜ ਦਾ ਚੁੱਕਿਆ ਗਿਆ, ਲੰਮੀ ਗੱਲ ਨਹੀਂ ਕਰਨੀ ਮੈਂ, ਚੁੱਕਿਆ ਗਿਆ ਤਾਂ ਉਹਨੇ ਚੈਲੰਜ ਕੀਤਾ ਸੀ ਵੀ ਸਿੱਖਾਂ ਦਾ ਗੁਰੂ ਸਾਡੇ ਕੋਲ ਲੈ ਜਾਓ। ਇਹ ਹੋਮ ਮਿਨਿਸਟਰ ਸੀ, ਹੋਮ ਮਿਨਿਸਟਰ ਵੀ ਛੱਡੋ, ਇਹ ਅਕਾਲੀ ਦਲ ਦਾ ਪ੍ਰਧਾਨ ਸੀ ਸੁਖਬੀਰ ਬਾਦਲ, ਤੇ ਕਿਉਂ ਨਾ ਜਾਕੇ ਉੱਥੋਂ ਤੇ ਕੀਤਾ। ਇਹ ਜੋ ਕਰਦੇ ਆ ਖੰਡਬਾਜ਼ੀ ਕਰਦੇ ਆ, ਨਸ਼ਿਆਂ ਵਿੱਚ ਜਿਹੜਾ ਹੈਗਾ ਉਹ ਜਿਹੜਾ ਮਜੀਠੀਆ ਹੈਗਾ ਉਹ ਪੂਰੀ ਤਰ੍ਹਾਂ ਇਨਵੋਲਵ ਸੀਗਾ, ਤੇ ਇਸ ਕਰਕੇ ਹੁਣ ਫਲਾਨੇ ਦਾ ਕੱਖ ਨਾ ਰਹੇ ਤਾਂ ਫਲਾਨੇ ਦਾ ਕੱਖ ਨਾ ਰਹੇ। ਇਹ ਇਦਾਂ ਦੀਆਂ ਗੱਲਾਂ, ਫੈਸਲਾ ਕੋਰਟ ਨੇ ਕਰਨਾ ਜੀ। ਥੈਂਕ ਯੂ ਵੀਰ ਜੀ। ਤੁਹਾਨੂੰ 10 ਸੈਕਿੰਡ ਜਵਾਬ, ਸਿਰਫ 10 ਸੈਕਿੰਡ ਜਵਾਬ ਦਿੰਦਾ, ਸਿਰਫ 10 ਸੈਕਿੰਡ ਦੇ। ਸਿੱਖ ਧਰਮ ਦੇ ਵਿੱਚ ਅਰਦਾਸ ਸਰਬੱਤ ਦੇ ਭਲੇ ਦੀ ਹੁੰਦੀ ਹੈ ਹਮੇਸ਼ਾ, ਕਿਸੇ ਦਾ ਕੱਖ ਲੈਣ ਦੀ ਕੋਈ ਅਰਦਾਸ ਕਦੀ ਨਹੀਂ ਕਰਦਾ। ਸਿੱਖ ਪੰਥ ਨੇ ਹਮੇਸ਼ਾ ਹਰ ਦਾ ਭਲਾ ਮੰਗਿਆ ਵਾ, ਗੁਰੂ ਸਾਹਿਬ ਨੇ ਭਲਾ ਮੰਗਿਆ ਵਾ। ਜਿਹੜੇ ਇੰਨੀ ਕਹਿੰਦੇ ਕੱਖ ਨਾ ਰਵੇ ਤੇ ਮੈਂ ਨਾ ਉਹ ਸਿੱਖੀ ਤੋਂ ਬਹੁਤ ਦੂਰ ਨੇ। ਚਲੋ ਜਿਹੜੇ ਕਹਿੰਦੇ ਅਸੀਂ ਪਾਠ ਬੜਾ ਕਰਦੇ ਜੀ, ਸਾਡੇ ਘਰ 'ਚ ਬੜੀ ਭਗਤੀ ਹੁੰਦੀ ਆ, ਉਹ ਭਗਤੀ ਨਹੀਂ ਕਰਦੇ, ਫਿਰ ਉਹ ਡੰਗ ਟਪਾਉਂਦੇ ਜੀ। ਜੀ ਚਾਵਲਾ ਸਾਹਿਬ, ਪਾਟੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਬੜਾ ਚੰਗਾ ਲੱਗਦਾ ਗੱਲਬਾਤ ਕਰਕੇ ਤੁਹਾਡੇ ਨਾਲ, ਪਰੰਤੂ ਸਮਾਂ ਆਗਿਆ ਨਹੀਂ ਦਿੰਦਾ। ਹੁਣ ਆਪਾਂ ਚਲੋ ਉਧਰ ਸਟੇਸ਼ਨ ਤੋਂ 1320 ਮੀਟਰ ਬੈਂਡ ਤੋਂ ਅਸੀਂ ਕੱਟ ਹੋ ਗਏ ਹਾਂ। ਹੁਣ ਆਪਾਂ IPTV ਬਾਕਸ 'ਤੇ ਹਾਂ, ਨੈੱਟ ਦੇ ਉੱਤੇ YouTube Facebook 'ਤੇ ਹਾਂ, ਇਸ ਵਕਤ ਐਪਸ 'ਤੇ ਹਾਂ ਅਸੀਂ, ਇਸ ਵਕਤ ਜਿਹੜਾ ਸੋਸ਼ਲ ਨੈਟਵਰਕ ਮੀਡੀਆ। ਕਿਸੇ ਵੇਲੇ ਮਨ ਬੜਾ ਪਸੀਜਦਾ, ਬੜਾ ਦੁਖੀ ਹੁੰਦਾ, ਅਸੀਂ ਜ਼ਿਆਦਾ ਸੱਚ ਜਾਂ ਬੋਲ ਜਾਂਦੇ ਹਾਂ। ਸੱਚ ਵਾਲੀ ਇਹ ਗੱਲ ਤਾਂ ਤੁਸੀਂ ਕੱਲ੍ਹ ਉਹ ਪੁਲਿਸ ਵਾਲਿਆਂ ਦੀ ਵੀ ਸੁਣਾਈ ਕਿ ਬੜੇ ਫੋਨ ਆਏ, ਕਹਿੰਦੇ ਚਾਵਲਾ ਜੀ ਪੱਟੀ ਸਾਹਿਬ ਗਈ ਗੱਲ ਕਰਕੇ। ਮੈਂ ਕਿਹਾ ਜੀ ਹੁਣ YouTube Facebook 'ਤੇ ਪ੍ਰੋਗਰਾਮ ਪਿਆ ਹੁੰਦਾ, ਕੋਈ ਗੁਰੂ ਦਾ ਪਿਆਰਾ ਸੁਣ ਲੈਂਦਾ ਹੋਊਗਾ ਵੀ ਇਹ ਤੜਫਦਾ ਪਿਆ, ਸੱਚ ਬੋਲਦਾ ਪਿਆ ਵਾ, ਹੈ ਨਾ, ਚੰਗਾ ਲੱਗਦਾ ਹੋਊਗਾ ਉਹਨਾਂ ਨੂੰ, ਉਹਨਾਂ ਨੇ ਕਹਿ ਦਿੱਤਾ ਹੋਊਗਾ।
ਸੋ ਕਹਿਣ ਤੋਂ ਮੇਰਾ ਭਾਵ ਹੈ ਕਿ ਇਹਨਾਂ ਦਾ ਕੋਈ ਪਤਾ ਨਹੀਂ ਕਿਦਨ ਇਹ ਵੀ ਕਹਿ ਦੇਣਾ, ਕਿਉਂਕਿ ਵੱਡੇ ਬਾਦਲ ਸਾਹਿਬ ਤੇ ਕਹਿ ਗਏ ਨੇ ਕਿ ਅਸੀਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਦਖਲਅੰਦਾਜ਼ੀ ਨਹੀਂ ਕਰਦੇ, ਕਿਹਾ ਨਾ ਉਹਨਾਂ ਨੇ, ਕਿਹਾ ਨਾ। ਤੇ ਇਹਨਾਂ ਦਾ ਕੀ ਪਤਾ ਕਿਸੇ ਨੇ ਉੱਠ ਕੇ ਇਹ ਕਹਿ ਦੇਣਾ ਕਿ ਉਹਦਾ ਕੱਖ ਨਾ ਰਵੇ ਜਿਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਖਲਅੰਦਾਜ਼ੀ ਕੀਤੀ ਹੋਵੇ, ਹਾਂਜੀ ਇਹ ਵੀ ਕਹਿ ਦੇਣਗੇ। ਜਿਹੜਾ ਗਰਕ ਹੋ ਜਿਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੋਲਕ ਦੇ ਚੋਂ ਪੈਸਾ ਵੀ ਖਾਦਾ ਹੋਵੇ, ਜ਼ਿਆਦਾ ਦੁਰਵਰਤੋਂ ਕੀਤੀ ਹੋਵੇ, ਇਹ ਆਪੇ ਰੱਬ ਕਰਾਉਂਦਾ ਹੁੰਦਾ ਇਹੋ ਜਿਹੀਆਂ ਗੱਲਾਂ। ਪਰ ਆ ਚਲੋ ਦਿੱਲੀ ਦੇ ਜਿਹੜੀ ਗੁੰਡਾਗਰਦੀ ਦੇ ਨਾਲ ਕਮੇਟੀ ਦੀ ਚੋਣ ਹੋਈ ਹੈ, ਇੱਕ ਬੜੀ ਗਲਤ ਪਿਰਤ ਪਈ ਹੈ, ਮਾੜੀ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤਾਂ ਚਲੋ ਹੋਈਆਂ ਨੇ, ਪਰ ਉੱਥੇ ਇਸ ਤਰੀਕੇ ਦੇ ਨਾਲ ਆਪ ਸਦਨਾ ਪੁਲਿਸ ਨੂੰ ਵੀ ਸਾਡੇ ਕੋਲ ਨਹੀਂ ਚੋਣ ਹੁੰਦੀ ਤੇ ਫਿਰ ਅਸੀਂ ਵਿਦੇਸ਼ਾਂ ਦੇ ਵਿੱਚ ਕੀ ਕਹੀਏ। ਹੁਣ ਮਤਲਬ ਸ਼ਰਮ ਹੀ ਹੈ ਨਹੀਂ ਇਹਨਾਂ ਨੂੰ ਕਿ ਇਹ ਆਪਣੇ ਧੀਆਂ ਪੁੱਤਾਂ ਦੇ ਸਾਹਮਣੇ ਜਾ ਕੇ ਕੀ ਪੈਂਦੇ ਹੋਣਗੇ, ਉੱਥੇ ਹੁੱਬ ਹੁੱਬ ਕੇ ਦੱਸਦੇ ਹੋਣਗੇ ਵੇਖਿਆ ਕਿਵੇਂ ਆਪਾਂ ਵਿਰੋਧੀਆਂ ਨੂੰ। ਤੇ ਜੇ ਇਹਨਾਂ ਦਾ ਕੋਈ ਬੱਚਾ ਪੜ੍ਹਿਆ ਲਿਖਿਆ ਇਹਨਾਂ ਨੂੰ ਸਵਾਲ ਕਰੇਗਾ ਕਿ ਬਾਣੀ ਤਾਂ ਸਾਨੂੰ ਕੁਝ ਹੋਰ ਕਹਿੰਦੀ ਹੈ, ਬਾਣੀ ਤੇ ਸਾਨੂੰ ਮਿਲਣ ਦੀ ਜਿਹੜੀ ਹੈ ਉਹ ਮਿਲ ਕੇ ਬੈਠ ਕੇ ਹੁਕਮਨਾਮਾ ਲੈ ਕੇ ਚੱਲਣ ਦੀ ਗੱਲ ਕਰਦੀ ਹੈ, ਹਨਾ। ਜੀ 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 ਜੇ ਪੜ੍ਹਿਆ ਹੋਵੇ ਤੇ ਫੇਰ ਹੈ ਨਾ। ਤੁਸੀਂ ਧਾਮੀ ਸਾਹਿਬ ਦੀ ਗੱਲ ਕੀਤੀ ਕਿ ਜੇ ਪ੍ਰਧਾਨ ਉੱਥੇ ਖਲੋ ਜਾਂਦਾ, ਤੇ ਜੇ ਗੁਰੂ ਪੜ੍ਹਿਆ ਹੋਵੇ, ਚੰਗੀ ਤਰ੍ਹਾਂ ਕੰਠ ਕੀਤਾ ਹੋਵੇ, ਉਹ ਤੇ ਕਹਿੰਦਾ ਹਰਜੂ ਹੰਕਾਰ ਨਾ ਪਾਵੇ। ਤੇ ਇਹ ਤਾਂ ਹੰਕਾਰ ਦੇ ਘੋੜਿਆਂ ਤੇ ਚੜੇ ਹੋਏ ਨੇ A to Z। ਜਿਹੜੇ ਪ੍ਰਧਾਨ ਨੂੰ ਇਹ ਨਹੀਂ ਪਤਾ ਵੀ ਜਿਹੜੀ ਸ਼੍ਰੋਮਣੀ ਕਮੇਟੀ ਉਹ ਸਿੱਖਾਂ ਦੀ ਪਾਰਲੀਮੈਂਟ ਆ, ਉਹ ਕਹਿੰਦਾ ਮਿੰਨੀ ਪਾਰਲੀਮੈਂਟ। ਫਿਰ ਉਹ ਕਹਿੰਦਾ ਵਾ ਦਿੱਲੀ ਜਿਹੜੇ ਦੰਗੇ, ਅਸੀਂ ਕਹਿੰਦੇ ਆ ਦਿੱਲੀ ਸਿੱਖ ਕਤਲੇਆਮ ਹੋਇਆ ਵਾ, ਕੋਈ ਦੰਗੇ ਨਹੀਂ ਹੋਏ। ਅਸੀਂ ਕਹਿੰਦੇ ਆ ਲੰਗਰ ਛਕਿਆ, ਉਹ ਕਹਿੰਦਾ ਲੰਗਰ ਖਾਧਾ। ਪੜਿਆ ਨਾ, ਪੜਿਆ ਤੁਸੀਂ ਕਹਿੰਦੇ ਸੀ ਐਡਵੋਕੇਟ ਪੜਿਆ ਲਿਖਿਆ ਮਿਲ ਗਿਆ, ਪੜਿਆ ਲਿਖਿਆ। ਮੈਂ ਉਹਦੇ ਕਿਸੇ ਉਹਦੇ ਬੰਦੇ ਨੂੰ ਲਿਖ ਕੇ ਪਾਇਆ, ਆਪਣੇ ਪ੍ਰਧਾਨ ਨੂੰ ਸਮਝਾ ਦਿਓ ਵੀ ਆਹ ਗੱਲਾਂ ਇਦਾਂ ਨਹੀਂ ਇਦਾਂ ਹੋਣੀਆਂ। ਚਲੋ ਉਹਨੇ ਅੱਗੋਂ ਥੈਂਕਸ ਕਰਤਾ ਵੀ ਤੁਹਾਨੂੰ ਭੇਜ ਦਿੰਦੇ ਪ੍ਰਧਾਨ ਨੂੰ, ਕੋਈ ਗੱਲ ਤੁਹਾਡੀ ਮਿਹਰਬਾਨੀ। ਮਨਜੀਤ ਸਿੰਘ ਮੰਨਾ ਭਾਜਪਾ 'ਚ ਸ਼ਾਮਲ ਹੋ ਗਏ ਨੇ, ਅਕਾਲੀ ਦਲ ਦੇ 3 ਵਾਰੀ ਰਹੇ ਨੇ ਵਿਧਾਇਕ। ਹੁਣ ਲੱਗੇ ਆ 1 ਮਿੰਟ ਤੋਂ ਕਰ ਲਈਏ, ਜ਼ਿਆਦਾ ਨਹੀਂ 2 ਮਿੰਟ 'ਚ ਵਾਈਂਡ ਅਪ ਕਰਾਂਗੇ। ਦੇਖੋ ਜੀ ਜਿਹੜੀ ਭਾਜਪਾ ਹੈ ਨਾ ਜੀ, ਭਾਜਪਾ ਨੂੰ ਬੰਦੇ ਨਹੀਂ ਲੱਭ ਰਹੇ। ਇਹਨਾਂ ਇੱਕ ਪ੍ਰਚਾਰ ਕੀਤਾ ਸੀ, ਸਾਨੂੰ ਪੰਜਾਬ ਦੇ ਵਿੱਚੋਂ 4000 ਐਪਲੀਕੇਸ਼ਨ ਆਈ ਹੈ ਉਮੀਦਵਾਰਾਂ ਦੀ, ਅੱਜ ਬੰਦੇ ਨਹੀਂ ਲੱਭ ਰਹੇ। ਰੂਪਨਗਰ ਤੋਂ ਬਕਾਇਦਾ ਤੌਰ ਤੇ ਜਿਹੜੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬਣਾਏ ਸੀ ਸਰਦਾਰ ਇਕਬਾਲ ਸਿੰਘ ਲਾਲਪੁਰਾ, ਉਹਨਾਂ ਨੂੰ ਅਸਤੀਫਾ ਦਵਾ ਕੇ ਉੱਥੋਂ ਉਮੀਦਵਾਰ ਬਣਾਇਆ। ਜਿਹੜੇ ਬਕਾਇਦਾ ਤੌਰ ਤੇ SC ਕਮਿਸ਼ਨ ਦੇ ਚੇਅਰਮੈਨ ਬਣਾਏ ਸੀ ਵਿਜੇ ਸਾਂਪਲਾ, ਉਹ ਵਿਅਕਤੀ ਜਿਹੜੇ ਬੜਾ ਲੰਮਾ ਸਮਾਂ ਜਿਹੜੇ ਉਹ ਰਹੇ ਨੇ ਮੋਦੀ ਸਾਹਿਬ ਦੇ ਨਾਲ, ਉਹਨਾਂ ਨੂੰ ਅਸਤੀਫਾ ਦਵਾ ਕੇ ਬਕਾਇਦਾ ਤੌਰ ਤੇ ਫਗਵਾੜੇ ਤੋਂ ਉਮੀਦਵਾਰ ਬਣਾਇਆ ਵਾ। ਫਤਿਹ ਸਿੰਘ ਬਾਜਵਾ ਜਿਹੜੇ ਕਾਂਗਰਸ ਛੱਡ ਕੇ ਗਏ ਸੀ ਕਾਦੀਆਂ ਤੋਂ, ਉਹ ਆਦੇ ਸੀ ਭਰਾ ਦੇ ਖਿਲਾਫ ਚੋਣ ਨਹੀਂ ਲੜਨੀ, ਉਹਨਾਂ ਨੂੰ ਬਟਾਲੇ ਤੋਂ ਉਮੀਦਵਾਰ ਬਣਾਇਆ ਵਾ। ਹੁਣ ਮਨਜੀਤ ਸਿੰਘ ਮੰਨਾ 3 ਵਾਰੀ ਵਿਧਾਇਕ ਰਹੇ ਅਕਾਲੀ ਦਲ ਬਾਦਲ ਵੱਲੋਂ, ਉਹ ਟਿਕਟ ਚਾਹੁੰਦੇ ਸੀ ਬਾਬਾ ਬਕਾਲਾ ਵੀ ਮੇਰਾ ਖੇਤਰ ਨੂੰ ਟਿਕਟ ਦਿੱਤੀ ਜਾਵੇ, ਲੇਕਿਨ ਇਹਨਾਂ ਨੇ ਆਪਣੇ ਇੱਕ ਬਲਜੀਤ ਸਿੰਘ ਜਲਾਲ ਨੂੰ ਟਿਕਟ ਦੇ ਦਿੱਤੀ ਸੁਖਬੀਰ ਬਾਦਲ। ਉਹਨੇ ਪਹਿਲਾਂ ਕੱਲ ਪ੍ਰੋਟੈਸਟ ਕੀਤਾ, ਨਹੀਂ ਗੱਲ ਸੁਣੀ, ਅੱਜ ਉਹਨੇ ਅਲਵਿਦਾ ਤੇ ਬਾਏ ਬਾਏ ਟਾਟਾ ਕਹਿ ਕੇ ਤੂੰ ਅੱਜ ਭਾਜਪਾ ਸ਼ਾਮਲ ਹੋ ਗਿਆ। ਭਾਜਪਾ ਵਾਲੇ ਕੋਈ ਬੰਦਾ ਚਾਹੀਦਾ ਸੀ ਉੱਥੇ ਉਹਨਾਂ ਨੂੰ ਟਿਕਟ ਦੇਣ ਵਾਸਤੇ, ਉਹ ਬਾਬਾ ਬਕਾਲਾ ਤੋਂ ਟਿਕਟ ਦੇ ਦੇਣਗੇ। ਉਹ ਜਿੱਤੇ ਜਾਂ ਹਾਰੇ, ਜਿੱਤੂਗਾ ਨਹੀਂ ਤੇ ਅਕਾਲੀ ਦਲ ਦੇ ਲੀਡਰ ਨੂੰ ਹਰਾਸ ਜ਼ਰੂਰ ਦਊਗਾ ਨਾ, ਇਹਨਾਂ ਤੇ ਕੰਮ ਜ਼ਰੂਰ ਕਰ ਦਊਗਾ ਨਾ। ਲੇਕਿਨ ਅਜੇ ਵੀ ਭਾਜਪਾ ਨੂੰ ਕਈ ਜਗ੍ਹਾ ਤੇ ਉਮੀਦਵਾਰ ਨਹੀਂ ਮਿਲ ਰਹੇ ਸਹੀ, ਉਹ ਆਪਣੇ ਲੀਡਰਾਂ ਨੂੰ ਕਹਿੰਦੇ ਆ। ਹਾਂ ਇੱਕ ਗੱਲ ਆ, ਰਾਜਪੁਰੇ ਤੋਂ ਜਿਹੜਾ ਹਰਜੀਤ ਸਿੰਘ ਗਰੇਵਾਲ ਬੜਾ ਆਸਵੰਦ ਸੀਗਾ, ਬੜੀਆਂ ਗਾਲਾਂ ਖਾਧੀਆਂ, ਉਹਨੂੰ ਟਿਕਟ ਨਹੀਂ ਦਿੱਤੀ ਗਈ, ਉਹਨੂੰ ਵੈਸੇ ਕहीं ਨਹੀਂ ਦਿੱਤੀ ਗਈ ਵੀ ਤੂੰ ਕਿਸਾਨਾਂ ਦਾ ਵਿਰੋਧ ਕੀਤਾ ਸੀ ਤੇ ਤੈਨੂੰ ਵੋਟ ਵਾਸਤੇ ਪੈਣੀ ਕੋਈ ਨਹੀਂ, ਤੂੰ ਘਰੇ ਬੈਠਾ ਹੋਵੇ ਇੱਥੇ ਬੈਠਾ। ਅੱਛਾ, ਸੋਸ਼ਲ ਨੈਟਵਰਕ ਮੀਡੀਆ ਤੇ ਪੁੱਛਿਆ ਗਿਆ ਵੀ ਇਹਦੇ ਬਾਰੇ ਥੱਲੇ ਨੂੰ ਟਿਕਟ ਕੱਟੇਗੀ, ਇਹਦੇ ਬਾਰੇ ਕੋਈ ਪੰਜਾਬੀ ਖੌਤ, ਪੰਜਾਬੀ ਮੁਹਾਵਰਾ ਵਰਤੋ, ਲੋਕਾਂ ਨੇ ਤੇ ਚੱਕ ਦਿੱਤੇ ਆ ਫੱਟੇ ਧੋਬੀਆਂ ਦਾ। ਚਲੋ ਐਨੀਵੇ, ਉਹ ਤੇ ਆਪ ਕਹਿੰਦਾ ਸੀ, ਕਹਿੰਦਾ ਜੇ ਮੈਨੂੰ ਓਨੀਆਂ ਗਾਲਾਂ ਤੇ ਵੈਸੇ ਨਹੀਂ ਕੱਢਦੇ ਜਿੰਨੇ ਤੁਸੀਂ ਮੀਡੀਆ ਵਾਲੇ ਕਢਾਉਂਦੇ ਹੋ, ਭਈ ਆਪੇ ਥਾਪੜੀ ਨਹੀਂ ਤੈਨੂੰ ਕੌਣ ਬਚਾਵੇ। ਭਈ ਉਦੋਂ ਜ਼ਬਾਨ ਥੋੜੀ ਜਿਹੀ ਕੰਟਰੋਲ ਨਾਲ ਖੋਲੋ, ਬਾਕੀ ਭਾਜਪਾ ਦੇ ਨੇਤਾ ਵੀ ਤੇ ਖੋਲਦੇ ਹੀ ਸੀ। ਅੱਛਾ ਦੋਸਤੋ, ਅਸੀਂ ਵਾਈਂਡ ਅਪ ਕਰੀਏ ਵੀ ਸਤਪਾਲ ਜੌਹਲ ਹੁਣਾਂ ਨੇ ਵੀ ਖਬਰ ਪਾ ਦਿੱਤੀ ਹੈ, ਮੈਂ ਕੱਲ ਵੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਕਿ OCI ਐਪਲੀਕੈਂਟ ਜਿਹੜੇ ਨੇ ਵਿਦ cancelled Indian passport continue to face surrender certificate issue with BLS office in Brampton। ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਜੇ ਅੱਜ ਤੋਂ
ਕਈ ਵਾਰੀ ਪਹਿਲਾਂ ਜਦੋਂ ਪਾਸਪੋਰਟ ਇੰਡੀਅਨ ਕੈਂਸਲੇਸ਼ਨ ਕਰਾਉਣ ਵਾਸਤੇ ਤੁਸੀਂ ਜਾਂਦੇ ਸੀ ਤੇ ਇੱਕ ਸਟੈਂਪ ਲਾ ਦਿੱਤੀ ਜਾਂਦੀ ਸੀ ਜਿਹੜੀ ਕਿ ਵੈਲਿਡ ਆ ਇੰਡੀਅਨ ਪਾਸਪੋਰਟ ਤੇ ਇੰਡੀਅਨ ਗਵਰਨਮੈਂਟ ਵੱਲੋਂ ਕੌਂਸੂਲੇਟ ਆਫਿਸ ਵੱਲੋਂ ਲੱਗੀ ਹੈ। ਤੇ BSL ਵਾਲੇ ਕਹਿੰਦੇ ਨੇ ਕਿ ਇਹ ਵੈਲਿਡ ਨਹੀਂ ਆ, ਤੁਸੀਂ ਸਰੈਂਡਰ ਸਰਟੀਫਿਕੇਟ ਲੈ ਕੇ ਆਓ। ਕੁਝ ਵੀਰ ਕਹਿੰਦੇ ਅਸੀਂ ਕੌਂਸੂਲੇਟ ਆਫਿਸ ਗਏ ਸਰੈਂਡਰ ਸਰਟੀਫਿਕੇਟ ਲੈਣ ਵਾਸਤੇ, ਉਹ ਕਹਿੰਦੇ ਤੁਹਾਨੂੰ ਲੋੜ ਨਹੀਂ। ਹੁਣ ਖੱਜਲ ਖੁਆਰ ਕੌਣ ਹੋ ਰਿਹਾ? ਜਿਹੜਾ ਅਪਲਾਈ ਕਰਨ ਵਾਲਾ। ਸੋ ਇੰਡੀਅਨ ਕੌਂਸੂਲੇਟ ਆਫਿਸ ਨੂੰ ਸਿੱਧੇ ਲਫ਼ਜ਼ਾਂ ਦੇ ਵਿੱਚ BSL ਨੂੰ ਇੱਕ ਈਮੇਲ ਕਰਨੀ ਚਾਹੀਦੀ ਆ ਵੀ ਦਿਸ ਇਜ਼ ਦਾ ਰੂਲ ਐਂਡ ਰੈਗੂਲੇਸ਼ਨ। ਉਸ ਵਕਤ ਸਰੈਂਡਰ ਸਰਟੀਫਿਕੇਟ ਨਹੀਂ ਸੀ, ਉਸ ਵਕਤ ਜੋ ਫੀਸ ਸੀ ਫੀਸ ਦੇ ਕੇ ਸਰਟੀਫਿਕੇਟ ਇਸ਼ੂ ਨਹੀਂ ਸੀ ਹੁੰਦਾ, ਕੈਂਸਲੇਸ਼ਨ ਦੀ ਮੋਹਰ ਲੱਗਦੀ ਸੀ, ਉਹਨੂੰ ਵੈਲਿਡ ਮੰਨਿਆ ਜਾਵੇ। ਇੱਕ ਦੀ ਨਹੀਂ, ਹਜ਼ਾਰਾਂ ਲੋਕਾਂ ਦੀ ਪ੍ਰੋਬਲਮ ਹੈ। ਸੋ ਇਸ ਕਰਕੇ ਇਹ 'ਤੇ ਵਰਕ ਕਰਾਂਗੇ। ਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਤੇ ਰਿਕੁਐਸਟ ਕਰਾਂਗੇ ਇੰਡੀਅਨ ਕੌਂਸੂਲੇਟ ਆਫਿਸ ਨੂੰ ਕਿ BSL ਨੂੰ ਇੱਕ ਈਮੇਲ ਕੱਢੀ ਜਾਵੇ ਕਿ ਇਹਨੂੰ ਫੋਲੋ ਕੀਤਾ ਜਾਵੇ, ਇਹਨੂੰ ਵੈਲਿਡ ਮੰਨਿਆ ਜਾਵੇ, ਲੋਕਾਂ ਦੀ ਖੱਜਲ ਖੁਆਰੀ ਰੋਕੀ ਜਾਵੇ। ਭੁੱਲਾਂ ਚੁੱਕਾਂ ਦੀ ਮਾਫੀ। ਸ਼ਾਮ ਨੂੰ ਮਿਲਦੇ ਹਾਂ। ਰੱਬ ਰਾਖਾ। ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।